ਟੀਵੀ ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਸੇਫ ਹੋਵੋਗੇ ਔਰ ਪ੍ਰੀਕਾਸ਼ਨ ਲੈ ਰਹੇ ਹੋਵੋਗੇ ਜੋ ਕਰੋਨਾ ਦਾ ਹੈਗਾ ਹੈ। ਤਾਂ ਅੱਜ ਇੱਕ ਟੌਪਿਕ 'ਤੇ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਇੱਕ ਬੜਾ ਹੀ ਭਖਦਾ ਹੋਇਆ ਟੌਪਿਕ ਹੈ ਕਿ ਕੈਨੇਡਾ ਦੇ ਵਿੱਚ ਵਿਆਹ ਤੋਂ ਬਾਅਦ ਜੋ ਕੁੜੀਆਂ ਜਾ ਕੇ ਮੁੱਕਰ ਜਾ ਰਹੀਆਂ ਨੇ ਜਾਂ ਕਿਸੇ ਰੀਜ਼ਨ ਨਾਲ ਮੁੰਡਿਆਂ ਦੇ 2-2 3-3 ਰਿਜੈਕਸ਼ਨ ਹੋ ਜਾ ਰਹੇ ਨੇ ਐਂਡ ਉਹ ਮੁੰਡੇ ਸੁਸਾਈਡ ਕਰ ਲੈਂਦੇ ਨੇ ਜਾਂ ਪਰੇਸ਼ਾਨ ਹੋ ਜਾਂਦੇ ਨੇ ਜਾਂ ਇਹ ਹੋ ਜਾਂਦਾ ਜਾਂ ਉਹ ਹੋ ਜਾਂਦਾ। ਤਾਂ ਇੱਥੇ ਮੈਂ ਗੱਲ ਪੁੱਛਣਾ ਚਾਹੁੰਦੀ ਹਾਂ ਉਹ ਸਾਰੇ ਹੀ ਮੁੰਡਿਆਂ ਕੋਲੋਂ ਕਿ ਤੁਸੀਂ ਇਸ਼ਤਿਹਾਰ ਦੇਖ ਕੇ ਨਿਊਜ਼ਪੇਪਰ ਦੇ ਵਿੱਚ ਕਿਸੇ ਕੁੜੀ ਦੇ 6-7 ਬੈਂਡ ਆ ਗਏ ਨੇ ਔਰ ਉਹਦੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਇਹ ਡੀਲ ਕਰਦੇ ਹੋ, ਇੱਕ ਬਿਜ਼ਨਸ ਡੀਲ ਕਰਦੇ ਹੋ ਕਿ ਅਸੀਂ ਪੈਸੇ ਲਾਵਾਂਗੇ, ਤੁਸੀਂ ਸਾਨੂੰ ਬਾਹਰ ਲਿਜਾ ਕੇ ਛੱਡ ਦਿਓ। ਇਹ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਫੇਰੇ ਲੈਂਦੇ ਹੋ, ਤੁਸੀਂ ਰੱਬ ਨੂੰ ਧੋਖਾ ਦੇ ਰਹੇ ਹੋ, ਦੂਸਰਾ ਆਪਣੀ ਹੀ ਕੰਟਰੀ ਦੇ ਕਾਨੂੰਨ ਨੂੰ ਧੋਖਾ ਦੇ ਰਹੇ ਹੋ, ਅਗਲੀ ਕੰਟਰੀ ਜਿੱਥੇ ਤੁਸੀਂ ਜਾਣਾ ਉਸ ਕੰਟਰੀ ਦੇ ਕਾਨੂੰਨ ਨੂੰ ਵੀ ਤੁਸੀਂ ਧੋਖਾ ਦੇ ਰਹੇ ਹੋ ਔਰ ਜੈਨੂਇਨ ਲੋਕਾਂ ਲਈ ਤੁਸੀਂ ਰਾਹ ਬੰਦ ਕਰ ਰਹੇ ਹੋ। ਹੁਣ ਇੱਕ ਚੀਜ਼ ਇਹਦੇ 'ਚ ਇਹ ਹੈ ਕਿ ਜਦੋਂ ਕੁੜੀ ਸਟੱਡੀ ਵੀਜ਼ੇ 'ਤੇ ਜਾਂਦੀ ਹੈ, ਉਹਨੇ ਪੜ੍ਹਾਈ ਵੀ ਕਰਨੀ ਹੁੰਦੀ ਹੈ, ਉਹਨੇ ਆਪਣੀ ਕਲਾਸਾਂ ਅਟੈਂਡ ਕਰਨੀਆਂ ਹੁੰਦੀਆਂ ਐਂਡ ਉਹਦੇ ਬਾਅਦ ਦੇ ਵਿੱਚ ਉਹ ਤੁਹਾਡੀ ਸਪੋਂਸਰ ਕਰਦੀ ਹੈ ਔਰ ਉਸ ਸਪੋਂਸਰ 'ਤੇ ਕਈ ਵਾਰ 1-2-3 ਵਾਰ ਰਿਜੈਕਸ਼ਨ ਵੀ ਹੋ ਜਾਂਦੇ ਨੇ। ਤਾਂ 1-2 ਸਾਲ ਵੇਟ ਕਰਕੇ ਜਦੋਂ ਤੱਕ ਕੁੜੀ ਟੋਟਲ ਵਰਕ ਪਰਮਿਟ 'ਤੇ ਨਹੀਂ ਆ ਜਾਂਦੀ, ਫੁੱਲ ਟਾਈਮ ਵਰਕ ਪਰਮਿਟ 'ਤੇ, ਜਾਂ ਉਹਨੂੰ PR ਨਹੀਂ ਮਿਲਦੀ, ਇਹ 3-4 ਸਾਲ ਤੁਹਾਨੂੰ ਵੇਟ ਨਹੀਂ ਹੁੰਦਾ ਤਾਂ ਤੁਸੀਂ ਕੁੜੀ 'ਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕਰ ਦਿੰਦੇ ਹੋ। ਪੜ੍ਹਾਈ ਦੇ ਨਾਲ ਕੰਮ ਕਰਕੇ ਕੁੜੀਆਂ ਵੀ ਪ੍ਰੈਸ਼ਰ 'ਚ ਆ ਜਾਂਦੀਆਂ ਨੇ, ਉੱਪਰੋਂ ਤੁਹਾਡੇ ਵੀਜ਼ੇ ਨਹੀਂ ਲੱਗਦੇ ਐਂਡ ਉਹ ਕੰਟਰੈਕਟ ਮੈਰਿਜ ਹੁੰਦੀ ਹੈ, ਕੁੜੀ ਦੀ ਮਰਜ਼ੀ ਨਾਲ ਮੈਰਿਜ ਨਹੀਂ ਹੁੰਦੀ। ਤਾਂ ਉੱਥੇ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅਗਲਾ ਬਦਲ ਵੀ ਸਕਦਾ ਹੈ। ਪਰ ਗੱਲ ਇਹ ਹੈ ਕਿ ਤੁਸੀਂ ਇਸ ਚੀਜ਼ ਦੇ ਕਾਬਿਲ ਨਹੀਂ। ਤੁਸੀਂ ਇੱਕ ਇੱਦਾਂ ਦੇ ਰਿਸ਼ਤੇ ਨੂੰ ਖਰੀਦੀ ਕਰਕੇ ਤੁਸੀਂ ਬਾਜ਼ਾਰ ਦੀ ਮੰਡੀ ਬਣਾਤੀ ਹੈ ਰਿਸ਼ਤੇ ਦੀ, ਜੋ ਇੱਕ ਪਵਿੱਤਰ ਰਿਸ਼ਤਾ ਸੀਗਾ। ਤੁਸੀਂ ਖੁਦ ਹੀ ਪੈਸੇ ਲਾ ਕੇ ਤੁਸੀਂ ਕੁੜੀਆਂ ਨੂੰ ਖਰਾਬ ਕੀਤਾ ਹੈ। ਜਦ ਹੁਣ ਉਹ ਖਰਾਬ ਕਰ ਰਹੀਆਂ ਨੇ ਤੁਹਾਨੂੰ, ਤਾਂ ਫਿਰ ਤੁਸੀਂ ਸੁਸਾਈਡ ਕਿਉਂ ਕਰਦੇ ਹੋ? ਕਿ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਕਿ ਤੁਸੀਂ ਆਪਣੇ ਦਮ 'ਤੇ ਕੁਝ ਕਰ ਸਕੋ? ਜੇ ਤੁਹਾਡੇ ਕੋਲ ਪੈਸਾ ਹੈ ਤਾਂ ਤੁਸੀਂ ਪੜ੍ਹਾਈ ਕਰੋ, ਪੜ੍ਹਾਈ ਕਰਕੇ ਆਇਲਸ ਕਰਕੇ ਤੁਸੀਂ 7 ਵਾਰ 10 ਵਾਰ ਟੈਸਟ ਲਿਖੋ, ਆਇਲਸ ਪਾਸ ਕਰਕੇ ਖੁਦ ਜਾ ਕੇ ਕਮਾ ਕੇ ਕੰਮ ਕਰੋ। ਕਿ ਤੁਹਾਡੇ ਕੋਲ ਪੜ੍ਹਾਈਆਂ ਨਹੀਂ ਹੁੰਦੀਆਂ? ਤੁਹਾਡੇ ਕੋਲ ਪੜ੍ਹਾਈਆਂ ਨਹੀਂ ਹੁੰਦੀਆਂ ਪਰ ਤੁਸੀਂ ਕਰਜ਼ਾ ਚੁੱਕ ਕੇ ਜ਼ਮੀਨਾਂ ਵੇਚ ਕੇ ਬਗਾਨੀ ਧੀ ਦੇ ਨਾਲ ਡੀਲ ਕਰਕੇ ਬਾਹਰ ਜਾਣ ਦੀ ਆਸ਼ਾ ਰੱਖਦੇ ਹੋ। ਤਾਂ ਫਿਰ ਹੁਣ ਜੋ ਤੁਸੀਂ ਕੰਮ ਸ਼ੁਰੂ ਕੀਤੇ ਨੇ, ਤੁਸੀਂ ਉਸ ਕੰਮ ਨੂੰ ਫੇਸ ਵੀ ਕਰੋ ਕਿ ਜੋ ਅਸੀਂ ਡੀਲ ਕੀਤੀ ਹੈ, ਜੋ ਸ਼ੇਅਰ ਮਾਰਕੀਟ 'ਚ ਅਸੀਂ ਇਨਵੈਸਟ ਕੀਤਾ ਹੈ, ਇਹਦੇ 'ਚ ਡੁੱਬ ਵੀ ਸਕਦੀ ਹੈ, ਮਾਰਕੀਟ ਡਾਊਨ ਵੀ ਹੋ ਸਕਦੀ ਹੈ, ਜਾਂ ਬਿਜ਼ਨਸ ਕੀਤਾ ਹੈ ਤਾਂ ਕਰੋਨਾ ਵਰਗੇ ਟਾਈਮ ਦੇ ਵਿੱਚ ਆ ਕੇ ਬਿਜ਼ਨਸ ਫੇਲ ਵੀ ਹੋ ਸਕਦੇ ਨੇ। ਜਦ ਤੁਸੀਂ ਰਿਸ਼ਤਿਆਂ ਨੂੰ ਇੱਕ ਬਹੁਤ ਹੀ ਭਾਵਨਾ ਵਾਲਾ ਰਿਸ਼ਤਾ ਹੈ, ਜਿਹੜਾ ਇੱਕ ਇੰਟਰਨੈਸ਼ਨਲੀ ਵੈਲਿਡ ਰਿਸ਼ਤਾ ਹੈ ਮੈਰਿਜ ਦਾ, ਉਹਨੂੰ ਵੀ ਤੁਸੀਂ ਬਰਬਾਦ ਕੀਤਾ, ਡਾਊਟਫੁਲ ਸਟੇਟਸ 'ਚ ਆ ਗਏ ਹੋ ਸਾਰੇ ਹੀ। ਤਾਂ ਤੁਸੀਂ ਖੁਦ ਕੁਛ ਕਿਉਂ ਨਹੀਂ ਕਰਦੇ? ਤੁਸੀਂ ਇਹ ਹਰ ਵਾਰ ਕੁਛ ਨਾ ਕੁਛ ਇਹ ਕਰਕੇ ਪ੍ਰੂਵ ਕਰਦੇ ਹੋ ਮੁੰਡਿਓ ਕਿ ਅਸੀਂ ਕਿਸੇ ਚੀਜ਼ ਦੇ ਲਾਇਕ ਨਹੀਂ, ਅਸੀਂ ਕੁੜੀਆਂ ਦੇ ਬਿਨਾਂ ਕੁਛ ਵੀ ਨਹੀਂ ਕਰ ਸਕਦੇ। ਜਿੱਦਾਂ ਪਹਿਲਾਂ ਕੁੜੀਆਂ ਕੋਲੋਂ ਦਾਜ ਮੰਗ ਕੇ ਤੁਸੀਂ ਮਾਰ ਕੁੱਟ ਕਰਕੇ ਘਰੋਂ ਕੱਢ ਕੇ ਤਲਾਕ ਦੇ ਦਿੰਦੇ ਸੀ, ਹੁਣ ਕੁੜੀਆਂ ਨੇ ਉਹੀ ਕੰਮ ਸ਼ੁਰੂ ਕਰਤਾ ਹੈ। ਤਾਂ ਫਿਰ ਇਹਨੂੰ ਵੀ ਭੁਗਤੋ, ਜਾਂ ਫਿਰ ਤੁਸੀਂ ਚੁੱਪਚਾਪ ਬੈਠ ਜਾਓ, ਪ੍ਰੋਸੈਸ ਦਾ ਵੇਟ ਕਰੋ, ਜਾਂ ਫਿਰ ਇਹ ਹਰਕਤਾਂ ਜਿਹੜੀ ਡੀਲਿੰਗ ਕਰਨੀ ਸ਼ੁਰੂ ਕੀਤੀ ਹੈ ਵਿਆਹ ਵਰਗੇ ਪਵਿੱਤਰ ਰਿਸ਼ਤੇ 'ਤੇ, ਜਿਸ ਗ੍ਰੰਥ ਦੇ ਅੱਗੇ ਦੁਨੀਆ ਗੁਰੂ ਦਾ ਦਰਜਾ ਦੇ ਕੇ ਸਿਰ ਝੁਕਾਉਂਦੀ ਹੈ, ਤੁਸੀਂ ਫੇਰੇ ਲੈ ਕੇ ਤੁਸੀਂ ਜੋ ਤਮਾਸ਼ਾ ਬਣਾਇਆ ਹੋਇਆ ਰਿਸ਼ਤੇ ਦਾ, ਤਾਂ ਉਹਦੇ ਜ਼ਿੰਮੇਦਾਰ ਵੀ ਤੁਸੀਂ ਹੋ। ਤੁਸੀਂ ਜਿਮ ਜਾ ਕੇ ਬਾਡੀ ਬਣਾ ਸਕਦੇ ਹੋ, ਵਧੀਆ ਤੋਂ ਵਧੀਆ ਡਾਈਟ ਲੈ ਕੇ ਸਭ ਕੁਝ ਕਰ ਸਕਦੇ ਹੋ, ਪਰ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ। ਬਹੁਤ ਹੀ ਸ਼ਰਮ ਦੀ ਗੱਲ ਹੈ। ਇੱਕ ਤਾਂ ਪੜ੍ਹਾਈ ਕਰਨ ਨਾਲ ਬੰਦੇ ਦਾ ਵੈਸੇ ਹੀ ਮਾਨਸਿਕ ਵਿਕਾਸ ਹੋ ਜਾਂਦਾ ਹੈ, ਉਹਨੂੰ ਵੈਸੇ ਹੀ ਸਾਰਾ ਕੁਝ ਅਕਲ ਆ ਜਾਂਦੀ, ਉਹਨੂੰ ਲੋ ਐਂਡ ਆਰਡਰ ਸਾਰਾ ਕੁਝ ਪਤਾ ਚੱਲ ਜਾਂਦਾ ਹੈ। ਤੁਸੀਂ ਸ਼ੁਰੂ ਤੋਂ ਹੀ ਕਈ ਸਾਲਾਂ ਤੋਂ ਏਜੰਟਾਂ ਦੇ ਚੱਕਰ ਖਾ ਕੇ ਇਲੀਗਲ ਵੇ ਤੁਸੀਂ ਐਕਸੈਪਟ ਕਰਦੇ ਹੋ ਬਾਹਰ ਜਾ ਕੇ ਸੈਟਲ ਹੋਣ ਲਈ। ਤਾਂ ਬਾਹਰ ਵਾਲੀ ਕੰਟਰੀਆਂ 'ਚ ਹੁਣ ਇਲੀਗਲ ਲੋਕਾਂ ਨੂੰ ਤੇ ਕਿੰਨੇ ਕੁ ਲੋਕਾਂ ਨੂੰ ਐਕਸੈਪਟ ਕਰਨਗੀਆਂ, ਇਹ ਹੁਣ ਉਹ ਕੰਟਰੀਆਂ ਡਿਸਾਈਡ ਕਰਨਗੀਆਂ, ਤੇ ਉਹਦੇ ਰਿਜ਼ਲਟ ਵੀ ਮਾੜੇ ਹੀ ਨਿਕਲਣਗੇ, ਸਮਾਜ ਦੇ ਵਿੱਚ ਵੀ ਮਾੜੇ ਰਿਜ਼ਲਟ ਨਿਕਲਣਗੇ। ਇਹ ਵੀ ਗੱਲ ਬਹੁਤ ਮਾੜੀ ਹੈ ਕਿ ਕੁੜੀਆਂ ਕੰਟਰੈਕਟ ਟਾਈਪ ਦਾ ਵਿਆਹ ਕਰਕੇ ਪੈਸੇ ਦੀ ਖਾਤਰ ਬਾਹਰ ਜਾ ਰਹੀਆਂ ਨੇ। ਇੱਕ ਰਿਕਮੈਂਡੇਸ਼ਨ ਹੋਣੀ ਚਾਹੀਦੀ ਹੈ ਕਿ ਪੰਜਾਬ ਗਵਰਨਮੈਂਟ ਜਾਂ ਉਹ ਪ੍ਰਾਈਵੇਟ ਲੋਕ ਜੋ ਫਾਈਨੈਂਸ ਕਰਦੇ ਨੇ, ਇੰਸਟੈਡ ਆਫ ਵਿਆਹ ਕਰਕੇ ਝੂਠੇ ਰਿਸ਼ਤੇ ਬਣਾਉਣ ਤੋਂ ਬੈਟਰ ਹੈ ਕਿ ਉਹਨਾਂ ਨੂੰ 25-30 ਲੱਖ ਰੁਪਏ ਕਰਜ਼ਾ ਦਿੱਤਾ ਜਾਵੇ, ਤਾਂ ਕਿ ਕੁੜੀਆਂ ਆਪਣੇ ਦਮ 'ਤੇ ਹੀ ਸਿੰਗਲ ਬਾਹਰ ਜਾ ਸਕਣ, ਸੈੱਟ ਹੋ ਕੇ ਉਹ ਪੈਸਾ ਵਾਪਸ ਕਰ ਸਕਣ। ਇਹ ਜਿਹੜੀ ਡੀਲ ਤੁਸੀਂ ਕਰਦੇ ਹੋ ਨਾ, ਇਹ ਬਹੁਤ ਹੀ ਗੰਦੀ ਡੀਲ ਹੈ ਔਰ ਇਹਦੇ ਰਿਜ਼ਲਟ ਵੀ ਬਹੁਤ ਹੀ ਗੰਦੇ ਹੋ ਰਹੇ ਨੇ ਔਰ ਇੱਕ ਰਿਸ਼ਤੇ ਨੂੰ ਔਰ ਪੰਜਾਬੀਅਤ ਨੂੰ ਸ਼ਰਮਨਾਕ ਕਰ ਰਹੇ ਨੇ ਹਰ ਇੱਕ ਦੇਸ਼ ਦੇ ਵਿੱਚ, ਸਪੈਸ਼ਲੀ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ। ਬਾਕੀ ਤੁਸੀਂ ਠੱਗੇ ਜਾ ਰਹੇ ਹੋ ਇੰਗਲੈਂਡ ਦੇ ਵਿੱਚ ਜਾਂ ਕਿਤੇ ਨਾ ਕਿਤੇ, ਜਾਂ ਏਜੰਟਾਂ ਦੇ ਥਰੂ।
ਤੁਸੀਂ ਖੁਦ ਹੀ ਉਸ ਚੀਜ਼ ਦੇ ਜ਼ਿੰਮੇਦਾਰ ਹੋ। ਜਦੋਂ ਤੁਸੀਂ ਆਪਣੀ ਇਸ ਚੀਜ਼ ਦੀ ਜ਼ਿੰਮੇਦਾਰੀ ਲੈ ਲਓਗੇ ਤਾਂ ਲੋਕ ਤੁਹਾਨੂੰ ਠੱਗਣਾ ਵੀ ਬੰਦ ਕਰ ਦੇਣਗੇ। ਇਸ ਚੀਜ਼ ਦਾ ਧਿਆਨ ਰੱਖੋ ਕਿ ਤੁਹਾਡੀਆਂ ਗਲਤੀਆਂ ਦੇ ਜ਼ਿੰਮੇਦਾਰ ਵੀ ਤੁਸੀਂ ਹੋ, ਤਾਂ ਰਿਜ਼ਲਟ ਵੀ ਤੁਹਾਨੂੰ ਹੀ ਭੁਗਤਣੇ ਪੈਣਗੇ। ਤਾਂ ਇਸ ਚੀਜ਼ ਲਈ ਵੀ ਤੁਸੀਂ ਮੈਂਟਲੀ ਪ੍ਰੀਪੇਅਰ ਰਹੋ। ਸੁਸਾਈਡ ਵਗੈਰਾ ਕਰਨ ਨਾਲ ਕੋਈ ਫਰਕ ਨਹੀਂ ਪੈਣਾ। ਇਹ ਕੰਮ ਤੁਸੀਂ ਫਿਰ ਚਾਲੂ ਰੱਖਣੇ ਨੇ, ਤੁਹਾਨੂੰ ਫਿਰ ਕਿਤੋਂ ਲਾਲਚ ਮਿਲਣਾ ਔਰ ਤੁਸੀਂ ਫਿਰ ਲੱਗੇ ਰਹਿਣਾ। ਤਾਂ ਜਾਂ ਤਾਂ ਇਹ ਕੰਮ ਬੰਦ ਕਰੋ ਜਾਂ ਫਿਰ ਇਹ ਸਾਰਾ ਕੁਝ ਬੰਦ ਕਰੋ ਜੋ ਕਿ ਇਮੋਸ਼ਨਲੀ ਡਿਸਪਿਊਟ ਪੈਦਾ ਕਰ ਰਿਹਾ ਹੈ, ਸੋਸਾਇਟੀ ਦੇ ਵਿੱਚ ਇੱਕ ਟੈਰਰ ਪੈਦਾ ਕਰ ਰਿਹਾ ਹੈ ਔਰ ਇੱਕ ਖਰਾਬ ਜਿਹਾ ਸੀਨ ਲੱਗਦਾ ਹੈ ਕਿ ਪੰਜਾਬੀ ਇੰਨੇ ਅਨਐਜੂਕੇਟਿਡ ਨੇ, ਹੁਣ ਉਸ ਰਿਸ਼ਤੇ ਦੇ ਵਿੱਚ ਵੀ ਡੀਲਿੰਗ ਕਰਨ ਲੱਗ ਗਏ ਨੇ। ਤਾਂ ਅੱਗੇ ਤੁਹਾਡਾ ਕੀ ਬਣੇਗਾ, ਇਹ ਤੁਸੀਂ ਜ਼ਿੰਮੇਦਾਰ ਹੋ, ਤਾਂ ਭੁਗਤਣਾ ਵੀ ਤੁਹਾਨੂੰ ਹੀ ਪਏਗਾ। ਥੈਂਕ ਯੂ ਫॉर ਵਾचिंग।